ਉਹ ਇਹਨਾਂ ਲੋਕਾਂ ਨੇ ਤਾਂ ਭਗਤ ਸਿੰਘ ਨੂੰ ਨਹੀਂ ਛੱਡਿਆ, ਭਗਤ ਸਿੰਘ ਨੂੰ ਵੀ ਕਹਿੰਦੇ ਰਹੇ ਐਵੇਂ ਹੈ ਉਵੇਂ ਹੈ। ਇਹ ਉਹ ਕਿਸਾਨ ਹੈ ਜਿਹੜਾ ਪੂਰੇ ਦੇਸ਼ ਦੇ ਲੋਕਾਂ ਦਾ ਪੇਟ ਭਰਦਾ ਵਾ, ਜਿਹੜਾ ਧਰਤੀ ਦਾ ਸੀਨਾ ਚੀਰ ਕੇ ਆਪਣਾ ਖੂਨ ਪਸੀਨਾ ਬਹਾ ਕੇ ਅਨਾਜ ਬੀਜਦਾ ਵਾ। ਉਹਨਾਂ ਨੂੰ ਕਿਉਂ ਨਹੀਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਸਮਝ ਆ ਰਹੀ? ਉਹਨਾਂ ਨੇ ਜਦ ਸਾਨੂੰ ਜੋ ਕਿਹਾ ਅਸੀਂ ਕੀਤਾ। ਕਿਹਨਾਂ ਨੇ ਕੀਤਾ? ਉਹਨਾਂ ਨੇ ਜਦੋਂ ਰਾਤੀ 8 ਵਜੇ ਫੋਨ ਤੇ ਕਿਹਾ ਕਿ ਤੁਸੀਂ ਤਾਲੀਆਂ ਵਜਾਣੀਆਂ, ਕਿ ਪੰਜਾਬ ਦੇ ਲੋਕਾਂ ਨੇ ਤਾਲੀਆਂ ਨਹੀਂ ਵਜਾਈਆਂ, ਕਿ ਥਾਲੀਆਂ ਨਹੀਂ ਖੜਕਾਈਆਂ, ਕਿ ਦੀਵੇ ਨਹੀਂ ਜਗਾਏ। ਹਾਂ, ਉਦੋਂ ਪੰਜਾਬ ਦੇ ਲੋਕ ਜਿਹੜੇ ਸੀਗੇ ਜੋ ਉਹਨਾਂ ਨੇ ਕਿਹਾ ਜੋ ਕੀਤਾ, ਉਦੋਂ ਅਸੀਂ ਸਾਰੇ ਬਹੁਤ ਵਧੀਆ ਸੀਗੇ। ਲੇਕਿਨ ਅੱਜ ਅਸੀਂ ਅਗਰ ਆਪਣੇ ਹੱਕ ਵਾਸਤੇ ਇੱਥੋਂ ਦੀ ਕੂਚ ਕਰ ਗਏ ਜਾਂ ਆਪਣੇ ਹੱਕ ਵਾਸਤੇ ਅਸੀਂ ਸੰਘਰਸ਼ ਤੇ ਬੈਠੇ ਹਾਂ, ਤਾਂ ਅੱਜ ਅਸੀਂ ਮਿਲੀਟੈਂਟ ਕਿਉਂ, ਅਸੀਂ ਟੈਰਰਿਸਟ ਕਿਉਂ? ਹਮੇਸ਼ਾ ਅਸੀਂ ਕਹਿੰਦੇ ਆਏ ਕਿਸਾਨ ਭੋਲਾ ਹੈ, ਕਿਸਾਨ ਭੋਲਾ, ਕਿਸਾਨ ਭੋਲਾ। ਬਿਲਕੁਲ ਕਿਸਾਨ ਭੋਲਾ ਹੈ। ਕਿਸਾਨ ਦਿਲ ਦਾ ਬਾਦਸ਼ਾਹ ਵਾ, ਦਿਲ ਦਾ ਰਾਜਾ ਵਾ, ਲੇਕਿਨ ਕਿਸਾਨ ਬੇਵਕੂਫ ਨਹੀਂ। ਕਿਸਾਨ ਅੱਜ ਦਾ ਪੜ੍ਹਿਆ ਲਿਖਿਆ ਵਾ। ਅੱਜ ਪੰਜਾਬ ਦਾ ਕਿਸਾਨ ਉਹ ਟੈਕਨੋਲੋਜੀਆਂ, ਉਹ ਚੀਜ਼ਾਂ ਤੁਸੀਂ ਜਾ ਕੇ ਦੇਖੋ ਯੂਨੀਵਰਸਿਟੀ ਦੇ ਵਿੱਚ। ਅੱਜ ਮੈਨੂੰ ਇਸ ਤਰ੍ਹਾਂ ਕਰੋ, ਤੁਸੀਂ ਮੇਰੇ ਸਾਹਮਣੇ ਬੁਲਾ ਕੇ ਦੇਖੋ ਪੰਜਾਬ ਦੇ ਹਰ ਜਿਹੜੇ ਮਰਜ਼ੀ ਵਪਾਰੀ ਨੂੰ ਉਹਦਾ GST ਲੱਖਾਂ ਕਰੋੜਾਂ ਰੁਪਏ ਦਾ GST ਜਿਹੜਾ ਹੈਗਾ ਵਾ ਉਹ ਸੈਂਟਰ ਤੋਂ ਬਕਾਇਆ ਵਾ, ਉਹਨਾਂ ਨੂੰ ਮਿਲਦਾ ਨਹੀਂ ਪਿਆ ਹੈਗਾ। ਲੇਕਿਨ ਕਈ ਬੱਚੇ ਇਹੋ ਜਿਹੇ ਛੋਟੇ ਬੱਚੇ ਆ ਕੇ ਮੈਨੂੰ ਪੁੱਛਦੇ ਆ ਕਿ ਚਾਚੂ, ਪਾਪਾ, ਤਾਇਆ ਜੀ, ਲੁਧਿਆਣੇ ਸ਼ਹਿਰ 'ਚ ਜ਼ੈਬਰਾ ਕ੍ਰੋਸਿੰਗ ਹੈ ਕਿੱਥੇ? ਮੈਂ ਬਾਰ-ਬਾਰ ਆ ਬੱਚਾ ਛੋਟਾ ਜਿਹਾ ਇੱਥੇ ਆਇਆ ਵਾ, ਸਵੇਰ ਦਾ ਬੈਠਾ ਵਾ। ਸੋ ਇਸ ਬੱਚੇ ਦੇ ਥਰੂ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਦੋਸਤੋ, ਜਿੱਡੀ ਮਰਜ਼ੀ ਵੱਡੀ ਕੋਈ ਪਾਰਟੀ ਹੋਵੇ, ਜਿੱਡਾ ਮਰਜ਼ੀ ਵੱਡਾ ਕੋਈ ਲੀਡਰ ਹੋਵੇ, ਜਨਤਾ ਤੋਂ ਵੱਧ ਕੇ ਤਾਂ ਕੋਈ ਨਹੀਂ ਹੈ ਨਾ। ਪ੍ਰਾਈਮ ਉਹਦੇ ਦੇਖ ਰਹੇ ਸਰ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਮੈਂ ਇੰਦਰਪਾਲ ਸਿੰਘ ਧੁੰਨਾ। ਜਿਵੇਂ ਕਿ ਸਾਰਿਆਂ ਨੂੰ ਪਤਾ, 1 ਮਹੀਨੇ ਤੋਂ ਵੱਧ ਅੱਜ ਸਮਾਂ ਹੋ ਗਿਆ ਦਿੱਲੀ ਮੋਰਚੇ ਨੂੰ ਲੱਗੇ, ਜਿਹੜਾ ਕਿਸਾਨਾਂ ਦਾ ਮੋਰਚਾ ਲੱਗਿਆ ਖੇਤੀ ਕਾਨੂੰਨਾਂ ਨੂੰ ਲੈ ਕੇ। ਤਾਂ ਇਹਦੇ ਵਿੱਚ ਚਰਚਾ ਛਿੜਦੀ ਸੀ ਵੀ ਜਿਹੜਾ ਸ਼ਹਿਰੀ ਵਰਗ ਹੈ ਉਹ ਕਿਤੇ ਨਾ ਕਿਤੇ ਪਿੱਛੇ ਨਜ਼ਰ ਆ ਰਿਹਾ। ਪਰ ਅੱਜ ਦੇਖਣ ਨੂੰ ਮਿਲਿਆ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਥਾਈਂ ਜਿਹੜੇ ਮੋਰਚੇ ਲਗਾਏ ਗਏ ਨੇ, ਜਿਹੜੇ ਸ਼ਹਿਰੀ ਵਰਗ ਦੇ ਲੋਕ ਨੇ, ਦੁਕਾਨਦਾਰ ਨੇ ਖਾਸ ਤੌਰ ਤੇ। ਅੱਜ ਅਸੀਂ ਖੜੇ ਹਾਂ ਲੁਧਿਆਣਾ ਰੋਜ਼ ਗਾਰਡਨ ਦੇ, ਜਿੱਥੇ ਸੱਚਾ ਜਾਦਵ ਵੱਲੋਂ ਮੋਰਚਾ ਲਗਾਇਆ ਗਿਆ। ਇੱਥੇ ਇੱਕ ਦਿਨ ਹੜਤਾਲ ਦੀ ਗੱਲ ਕੀਤੀ ਗਈ ਹੈ, ਰਾਤ ਵੀ ਇੱਥੇ ਬਿਤਾਉਣਗੇ। ਸੱਚਾ ਜਾਦਵ ਨਾਲ ਗੱਲਬਾਤ ਕਰਾਂਗੇ। ਹੋਰ ਇੱਥੇ ਸਾਥੀ ਇੱਥੇ ਨਾਲ ਮੌਜੂਦ ਹੈਗੇ ਨੇ, ਦੁਕਾਨਦਾਰ ਨੇ, ਛੋਟੀ ਜਿਹੀ ਬੱਚੀ ਬੈਠੀ ਆ। ਗੱਲਬਾਤ ਕਰਾਂਗੇ ਸੱਚਾ ਜਾਦਵ ਨਾਲ ਵੀ ਜਿਹੜੇ ਖੇਤ ਮਾਰੂ ਕਾਨੂੰਨ ਪਾਸ ਕੀਤੇ ਨੇ ਮੋਦੀ ਸਰਕਾਰ ਨੇ, ਉਹਨਾਂ ਬਾਰੇ ਸੱਚਾ ਜਾਦਵ ਦਾ ਕੀ ਕਹਿਣਾ। ਬਹੁਤ-ਬਹੁਤ ਸਵਾਗਤ ਹੈ ਜਾਦਵ ਜੀ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ। ਗੌਰਵ ਜੀ, ਗੱਲ ਕਰੂੰਗਾ, ਕਾਨੂੰਨ ਪਾਸ ਹੋ ਗਏ ਨੇ, ਸਰਕਾਰ ਅੜੀਲ ਰਵੱਈਏ ਤੇ ਬੈਠੀ ਹੋਈ ਹੈ। ਅੱਜ ਦੁਕਾਨਦਾਰ ਬੈਠੇ ਨੇ, ਤੁਹਾਡੇ ਨਾਲ ਵਪਾਰੀ ਵਰਗ ਬੈਠਾ, ਸ਼ਹਿਰੀ ਵਰਗ ਬੈਠੇ ਨੇ। ਕੀ ਨੁਕਸਾਨ ਆ ਸ਼ਹਿਰੀ ਵਰਗ ਨੂੰ ਇਹਨਾਂ ਕਾਨੂੰਨਾਂ ਨਾਲ? ਦੇਖੋ, ਸ਼ਹਿਰੀ ਵਰਗ ਨੂੰ ਕੀ ਨੁਕਸਾਨ ਨਹੀਂ ਹੈਗਾ ਇਹ ਪੁੱਛੋ ਜੀ। ਪਹਿਲੀ ਗੱਲ ਤਾਂ ਦੇਖੋ, ਤੁਸੀਂ ਜਿਹੜਾ ਕਿਸਾਨ ਹੈਗਾ ਵਾ, ਹਮੇਸ਼ਾ ਅਸੀਂ ਕਹਿੰਦੇ ਆਏ ਕਿਸਾਨ ਭੋਲਾ ਹੈ, ਕਿਸਾਨ ਭੋਲਾ, ਕਿਸਾਨ ਭੋਲਾ। ਬਿਲਕੁਲ ਕਿਸਾਨ ਭੋਲਾ ਵਾ। ਕਿਸਾਨ ਦਿਲ ਦਾ ਬਾਦਸ਼ਾਹ ਵਾ, ਦਿਲ ਦਾ ਰਾਜਾ ਵਾ, ਲੇਕਿਨ ਕਿਸਾਨ ਬੇਵਕੂਫ ਨਹੀਂ ਹੈ। ਕਿਸਾਨ ਅੱਜ ਦਾ ਪੜ੍ਹਿਆ ਲਿਖਿਆ ਵਾ। ਅੱਜ ਪੰਜਾਬ ਦਾ ਕਿਸਾਨ ਉਹ ਟੈਕਨੋਲੋਜੀਆਂ, ਉਹ ਚੀਜ਼ਾਂ ਤੁਸੀਂ ਜਾ ਕੇ ਦੇਖੋ ਯੂਨੀਵਰਸਿਟੀ ਦੇ ਵਿੱਚ ਕੀ ਚੀਜ਼ਾਂ, ਕੀ ਸਾਡੇ ਐਗਰੀਕਲਚਰ ਦੇ ਵਿੱਚ ਕੀ ਨਹੀਂ। ਪੰਜਾਬ ਨੇ ਸਾਨੂੰ, ਪੰਜਾਬ ਹਮੇਸ਼ਾ ਲੀਡ ਕਰਦਾ ਆਇਆ ਵਾ ਐਗਰੀਕਲਚਰ ਦੇ ਵਿੱਚ। ਪੰਜਾਬ ਸਾਡੀ ਐਗਰੀਕਲਚਰ ਸਟੇਟ ਹੈ। ਇਹ ਚੀਜ਼ ਸਾਨੂੰ ਸਮਝਣਾ ਚਾਹੀਦਾ ਵਾ। ਸਾਨੂੰ ਹਰ ਬੰਦੇ ਨੂੰ, ਚਾਹੇ ਪੰਜਾਬ ਦੇ ਵਿੱਚ ਲੋਹਾ ਵਪਾਰੀ ਹੈ, ਚਾਹੇ ਪੰਜਾਬ ਦਾ ਹੌਜ਼ਰੀ ਵਾਲਾ ਵਾ, ਚਾਹੇ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਜ਼ਰੂਰ ਮੈਨਚੈਸਟਰ ਆਫ ਪੰਜਾਬ ਹੋਏਗਾ, ਮੈਂ ਸਮਝਦਾ ਵਾਂ, ਲੇਕਿਨ ਪੂਰਾ ਪੰਜਾਬ ਐਗਰੀਕਲਚਰ ਬੇਸ ਸਟੇਟ ਹੈ। ਸੋ ਦੇਖੋ, ਐਗਰੀਕਲਚਰ ਬੇਸ ਸਟੇਟ ਅੱਜ ਜਿਹੜਾ ਐਡਾ ਕਿਸਾਨ ਆ, ਐਡੀ ਖੇਤੀਬਾੜੀ ਹੈ, ਔਰ ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾ ਪੂਰੇ ਦੇਸ਼ ਦੇ ਕਿਸਾਨਾਂ ਨੂੰ ਅੱਗੇ ਵੱਧ ਚੜ੍ਹ ਕੇ ਕੁਛ ਨਾ ਕੁਛ, ਹਮੇਸ਼ਾ ਕੁਛ ਚੀਜ਼ ਨਵੀਂ ਅੱਗੇ ਰੱਖੀ ਹੈ। ਸੋ ਲੀਡ ਕੀਤਾ ਮੈਂ ਕਹੂੰਗਾ। ਸੋ ਅੱਜ ਉਹ ਪੰਜਾਬ ਦਾ ਜਿਹੜਾ ਕਿਸਾਨ ਹੈਗਾ ਉਹ ਮਜਬੂਰ ਹੋਇਆ ਵਾ, ਅੱਜ ਸੜਕਾਂ ਤੇ ਬੈਠਣ ਨੂੰ ਮਜਬੂਰ ਹੋਇਆ ਵਾ। ਅੱਜ ਪੰਜਾਬ ਦਾ ਕਿਸਾਨ ਜਿਹੜਾ ਹੈਗਾ ਵਾ, ਪਿਛਲੇ 1 ਮਹੀਨੇ ਤੋਂ ਆਪਾਂ ਗੱਲ ਬਾਰ-ਬਾਰ ਕਰਦੇ ਪਏ ਕਿ 1 ਮਹੀਨੇ ਤੋਂ ਉਹ ਸੜਕਾਂ ਤੇ ਬੈਠਾ, ਉਹ ਠੰਡ 'ਚ ਬੈਠਾ। ਨਹੀਂ, ਮੈਂ ਦੱਸਣਾ ਚਾਹੂੰਗਾ ਕਿ ਪੰਜਾਬ ਦਾ ਕਿਸਾਨ, ਮੇਰੇ ਖਿਆਲ ਦੇ ਨਾਲ ਨਹੀਂ ਕਹੂੰਗਾ, ਮੈਂ ਦਿਲੋਂ ਤੁਹਾਨੂੰ ਦੱਸ ਸਕਦਾ ਵਾਂ ਕਿ ਪੰਜਾਬ ਦਾ ਕਿਸਾਨ ਪਿਛਲੇ 3 ਤੋਂ 4 ਮਹੀਨੇ ਤੋਂ ਸੜਕਾਂ ਤੇ ਬੈਠਾ। ਦਿੱਲੀ ਦੀ ਗੱਲ ਕਰ ਰਹੇ ਨਾ? ਦਿੱਲੀ ਦੇ ਬਿਲਕੁਲ ਜੀ, ਦਿੱਲੀ ਦੇ 1 ਮਹੀਨੇ ਤੋਂ ਹੈ, ਲੇਕਿਨ ਦਿੱਲੀ ਤੋਂ ਪਹਿਲਾਂ 3 ਮਹੀਨੇ ਤੋਂ ਪੰਜਾਬ ਦਾ ਕਿਸਾਨ ਪੰਜਾਬ ਦੀ ਸੜਕਾਂ ਤੇ ਬੈਠਾ ਸੀ। ਜੇ ਪੰਜਾਬ ਦਾ ਕਿਸਾਨ, ਤੁਸੀਂ ਜਦੋਂ ਪੰਜਾਬ ਦਾ ਕਿਸਾਨ ਦਿੱਲੀ ਮੂਵ ਕੀਤਾ, ਦਿੱਲੀ ਚੱਲੇ ਰਸਤੇ ਤੁਸੀਂ ਸੜਕਾਂ ਪਾੜ ਦਿੱਤੀਆਂ, ਪਾਣੀ ਦੀ ਬੁਛਾਰਾ, ਬੈਰੀਕੇਡ, ਇਹ ਨੌਬਤ ਹੀ ਨਾ ਆਉਂਦੀ। ਜੇ ਦਿੱਲੀ ਦੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਉੱਥੋਂ ਦਾ ਕਿਸਾਨਾਂ ਨੂੰ ਪਰਵਾਹ ਹੀ ਨਹੀਂ ਸੀਗੀ ਇਸ ਟਾਈਮ, ਮੈਂ ਤਾਂ ਇਹ ਕਹੂੰਗਾ ਕਿਸਾਨਾਂ ਦੀ, ਉਹ 3 ਮਹੀਨੇ ਤੋਂ ਸੜਕਾਂ ਤੇ ਸੋ ਰਿਹਾ ਸੀਗਾ। ਜੇ ਉੱਥੋਂ ਦੀ ਕੋਈ ਡੈਲੀਗੇਸ਼ਨ ਆਇਆ ਹੁੰਦਾ, ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ, ਕੁਝ ਅਮੈਂਡਮੈਂਟਸ ਕੀਤੀਆਂ ਜਾਂਦੀਆਂ, ਤਾਂ ਉਦੋਂ ਗੱਲ ਕੁਝ ਹੋਰ ਹੋਣੀ ਸੀ। ਲੇਕਿਨ ਤੁਸੀਂ ਜਿਵੇਂ ਟਾਈਮ ਪਾਈ ਜਾਂਦੇ ਪਏ ਹੋ, ਇਹ ਗਲਤ ਕਰ ਰਹੇ ਪਏ ਹੋ। ਜਿਵੇਂ ਲੋਕਤੰਤਰ ਦੀ ਗੱਲ ਕਰਦੇ ਹੋ, ਤੁਸੀਂ ਵੀ ਗੱਲ ਕੀਤੀ ਹੈ ਵੀ ਇੱਥੋਂ ਕਿਸਾਨ ਤੁਰੇ ਨੇ, 25 ਨਵੰਬਰ ਨੂੰ ਇੱਥੋਂ ਤੁਰੇ ਨੇ, ਸਾਡਾ 26 ਨਵੰਬਰ ਨੂੰ ਤੁਰੇ ਨੇ, ਤੇ ਸਾਡਾ ਸੰਵਿਧਾਨ ਦਿਵਸ ਵੀ ਹੁੰਦਾ ਉਸ ਦਿਨ ਘਾਣ ਜੋ ਸਾਡੀ ਹਰਿਆਣਾ ਖੱਟਰ ਸਰਕਾਰ ਨੇ ਕੀਤਾ, ਸੜਕਾਂ 'ਚ ਟੋਏ ਪੱਟ ਤੇ ਪਾਣੀ ਦੇ ਬੁਛਾਰਾਂ ਕੀਤੀਆਂ, ਇੱਕ ਅੱਤਵਾਦੀਆਂ ਵਾਲਾ ਮੈਂ ਕਹਿੰਦਾ ਅਸੂਲ ਕੀਤਾ, ਸਾਡੇ ਰਸੂਖ ਕੀਤਾ। ਬਾਰਡਰ ਦਾ, ਸਾਡੇ ਬਾਰਡਰ ਦੇ ਕੰਡਿਆਲੀ ਤਾਰ ਲੱਗੀ ਆ, ਉਸ ਤੋਂ ਉੱਪਰ ਕੁਝ ਨਹੀਂ ਹੈਗਾ। ਇੱਥੇ ਟੋਏ ਪੱਟ ਦਿੱਤੇ ਜਾਂਦੇ ਨੇ। ਅੱਤਵਾਦੀ ਅਸੀਂ ਕੀ ਪੰਜਾਬ ਦੇ ਲੋਕ? ਮੈਂ ਉਹੀ ਤਾਂ ਦਰਦ ਬਿਆਨ ਕਰਨਾ ਚਾਹੁੰਦਾ ਕਿ ਜਦੋਂ ਮੰਜ਼ਰ ਅਸੀਂ ਦੇਖ ਰਹੇ ਸੀਗੇ ਨਾ, ਤਾਂ ਸਮਝ ਨਹੀਂ ਆ ਰਹੀ ਸੀਗੀ ਕਿ ਅਸੀਂ
ਵਾਕਈ ਹੀ ਇੱਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਰਹਿ ਰਹੇ ਆ। ਡੈਮੋਕ੍ਰੇਸੀ ਕਿਹਾ ਜਾਂਦਾ ਫॉर ਦਾ ਪੀਪਲ, ਆਫ ਦਾ ਪੀਪਲ, ਬਾਏ ਦਾ ਪੀਪਲ, ਹੈ ਨਾ। ਤਾਂ ਕਿੱਥੇ ਪੀਪਲ ਦੇ ਉੱਤੇ ਤਾਂ ਤੁਸੀਂ ਬੁਛਾਰਾਂ ਹੋ ਰਹੀਆਂ, ਪੀਪਲ ਦੇ ਉੱਤੇ ਤਾਂ ਸੜਕਾਂ ਪੱਟੀਆਂ ਜਾ ਰਹੀਆਂ, ਪੀਪਲ ਦੇ ਡੰਡੇ ਮਾਰੇ ਜਾ ਰਹੇ। ਸੋਚਣਾ ਚਾਹੀਦਾ ਉਹ ਇਸੇ ਦੇਸ਼ ਦੇ ਨਾਗਰਿਕ ਹੈ। ਇਹ ਉਹ ਕਿਸਾਨ ਹੈ ਜਿਹੜਾ ਪੂਰੇ ਦੇਸ਼ ਦੇ ਲੋਕਾਂ ਦਾ ਪੇਟ ਭਰਦਾ ਵਾ, ਜਿਹੜਾ ਧਰਤੀ ਦਾ ਸੀਨਾ ਚੀਰ ਕੇ ਆਪਣਾ ਖੂਨ ਪਸੀਨਾ ਬਹਾ ਕੇ ਅਨਾਜ ਬੀਜਦਾ ਵਾ। ਇਹ ਚੀਜ਼ ਇਹੀ ਤਾਂ ਦਰਦ ਸੀਗਾ। ਜੇ ਅੱਜ ਕਿਸਾਨਾਂ ਨਾਲ ਇਹ ਚੀਜ਼ ਹੋ ਰਹੀ ਹੈ ਤਾਂ ਵਪਾਰੀ ਵਰਗ ਕਿੱਥੇ ਖੜਦਾ? ਵਪਾਰੀ ਵਰਗ ਤਾਂ ਘੁਮਾ ਕੇ ਚੱਕ ਕੇ ਮਾਰਨਗੇ। ਵਪਾਰੀ ਵਰਗ ਤਾਂ ਪਹਿਲੇ ਚੱਕ ਕੇ ਮਾਰਦਾ। ਤੁਹਾਨੂੰ ਲੱਗਦਾ ਤੁਸੀਂ ਲੇਟ ਹੋ ਗਏ ਹੋ? ਜਦੋਂ GST ਸਾਡੇ ਤੇ ਥੋਪੀ ਗਈ ਆ, ਨੋਟਬੰਦੀ ਸਾਡੇ ਥੋਪੀ ਗਈ ਆ, ਧਾਰਾ 370 ਖਤਮ ਕਰ ਦਿੱਤੀ ਗਈ ਹੈ, CA NRC ਲਿਆਂਦਾ ਗਿਆ, ਤੁਹਾਨੂੰ ਲੱਗਦਾ ਨਹੀਂ ਸਾਨੂੰ ਉਦੋਂ ਐਜੀਟੇਸ਼ਨ ਕਰਨੇ ਚਾਹੀਦੇ ਸੀ? ਅੱਜ 9 ਵਜੇ ਨਾ ਆਉਂਦੀ ਇਹ। ਬਿਲਕੁਲ ਮੈਂ ਹੀ ਕਹਿਣਾ ਚਾਹੁੰਦਾ ਵਾਂ, ਮੈਂ ਆਪਣੇ ਖਾਸ ਕਰ ਮੈਂ ਇਹ ਜਿਹੜੇ ਵਰਗ ਕਹਿਣਾ ਆਪਣੇ ਇੰਡਸਟਰੀਲਿਸਟ ਕਹਿਣਾ ਚਾਹੁੰਦਾ, ਆਪਣੇ ਵਪਾਰੀ ਭਰਾ ਜਿਹੜੇ ਕਹਿਣਾ ਚਾਹੁੰਦਾ, ਮੈਂ ਹੈਰਾਨੀ ਆ ਕਿ ਉਦੋਂ ਸੁੱਤੇ ਕਿਉਂ ਪਏ? ਉਦੋਂ ਕਿਉਂ ਨਹੀਂ ਸੁੱਤੇ ਪਏ ਸੀ? ਕੀ ਵਜ੍ਹਾ ਸੀਗੀ? ਔਰ ਅੱਜ ਤੁਸੀਂ ਦੇਖੋ, ਅੱਜ ਮੈਨੂੰ ਇਸ ਤਰ੍ਹਾਂ ਕਰੋ, ਤੁਸੀਂ ਮੇਰੇ ਸਾਹਮਣੇ ਬੁਲਾ ਕੇ ਦੇਖੋ ਪੰਜਾਬ ਦੇ ਹਰ ਜਿਹੜੇ ਮਰਜ਼ੀ ਵਪਾਰੀ ਨੂੰ ਉਹਦਾ GST ਲੱਖਾਂ ਕਰੋੜਾਂ ਰੁਪਏ ਦਾ GST ਜਿਹੜਾ ਹੈਗਾ ਵਾ ਉਹ ਸੈਂਟਰ ਤੋਂ ਬਕਾਇਆ ਵਾ, ਉਹਨਾਂ ਨੂੰ ਮਿਲਦਾ ਨਹੀਂ ਪਿਆ ਹੈਗਾ। ਇਹ ਤੁਹਾਡੀ ਗੱਲ 'ਚ ਬਿਲਕੁਲ ਮੈਂ ਸਹੀ ਮੰਨਦਾ ਵਾਂ ਕਿ ਇਹ ਚੀਜ਼ਾਂ ਆਵਾਜ਼ ਉੱਠਣੀਆਂ ਚਾਹੀਦੀਆਂ। ਇਹਦੇ ਵਿੱਚ ਮੈਂ ਉਹੀ ਕਹਿੰਦਾ ਕਿ ਅਸੀਂ ਲੋਕ ਗਲਤ ਆ, ਅਸੀਂ ਲੋਕ ਸਹੀ ਨੂੰ ਸਹੀ ਆਵਾਜ਼ ਚੱਕਦੇ ਨਹੀਂ, ਅਸੀਂ ਲੋਕ ਜਾਗਦੇ ਹੀ ਨਹੀਂ ਹੈਗੇ। ਤੁਸੀਂ ਜ਼ਿਆਦਾ ਦੂਰ ਨਾ ਜਾਓ, ਮੈਂ ਤਾਂ ਹੈਰਾਨ ਹੁੰਨਾ ਵਾਂ। ਆਪਾਂ ਸੈਂਟਰ ਦੀ ਗੱਲ ਕਰੀਏ, ਕਿਸੇ ਨੇ ਨਹੀਂ ਬਖਸ਼ਿਆ ਧੂਨਾ ਸਾਹਿਬ, ਨਾ ਸੈਂਟਰ ਨੇ ਬਖਸ਼ਿਆ ਕਦੀ, ਨਾ ਸਟੇਟ ਨੇ ਬਖਸ਼ਿਆ। ਅੱਜ ਵੀ ਤੁਸੀਂ ਹਾਲਤ ਦੇਖ ਲਓ, ਅਸੀਂ ਅਲੱਗ-ਅਲੱਗ ਟਾਈਮ ਤੇ ਮੁੱਦੇ ਦੀ ਆਵਾਜ਼ਾਂ ਚੱਕਦੇ ਪਏ ਹੈਗੇ ਆ, ਚੱਕਦੇ ਰਹਿੰਦੇ ਹੈਗੇ। ਤੁਸੀਂ ਹਾਲਾਤਾਂ ਦੇਖੋ, ਸੜਕਾਂ ਦੀ ਹਾਲਾਤ ਦੇਖ ਲਓ, ਲੋਕੀ ਰੋਜ਼ ਗਿਰਦੇ ਪਏ ਆ, ਮਰਦੇ ਪਏ ਹੈਗੇ ਆ, ਲੇਕਿਨ ਪੱਚ ਮਿਲਦੇ ਪਏ ਆ। ਉਹ ਸਾਹਿਬ ਸੈਂਟਰ ਸਾਹਿਬ ਕਹਿੰਦੇ ਪੈਸੇ ਨਹੀਂ ਹੈ, ਸਟੇਟ ਸਾਹਿਬ ਕਹਿੰਦੇ ਸਾਡੇ ਕੋਲ ਪੈਸਾ ਨਹੀਂ ਹੈ। ਕਮਾਲ ਦੀ ਗੱਲ ਹੈ ਯਾਰ, ਲੋਕਾਂ ਦੀ ਜ਼ਿੰਦਗੀਆਂ, ਲੋਕਾਂ ਦੀਆਂ ਜਾਨਾਂ ਜਾ ਰਹੀਆਂ ਵਾ, ਅਸੀਂ ਕੀ ਜਵਾਬ ਦੇ ਰਹੇ ਹਾਂ? ਲੁਧਿਆਣਾ ਸ਼ਹਿਰ ਦੇ ਵਿੱਚ ਨਾ 6 ਜਗ੍ਹਾ ਦੇ ਉੱਤੇ ਚਲਾਨ ਸ਼ੁਰੂ ਕੀਤਾ ਗਿਆ ਸੀ, ਕੈਮਰੇ ਲਾਤੇ ਗਏ, ਲੋਕਾਂ ਦੇ ਚਲਾਨ ਘਰ ਆਉਣ ਲੱਗ ਗਏ, ਗੌਰਮੈਂਟ ਨੂੰ ਇਨਕਮ ਆਉਣ ਲੱਗ ਗਈ। ਲੇਕਿਨ ਕਈ ਬੱਚੇ ਇਹੋ ਜਿਹੇ ਛੋਟੇ ਬੱਚੇ ਆ ਕੇ ਮੈਨੂੰ ਪੁੱਛਦੇ ਆ ਕਿ ਚਾਚੂ, ਪਾਪਾ, ਤਾਇਆ ਜੀ, ਲੁਧਿਆਣਾ ਸ਼ਹਿਰ 'ਚ ਜ਼ੈਬਰਾ ਕ੍ਰੋਸਿੰਗ ਹੈ ਕਿੱਥੇ? ਉਹ ਜਿਹੜੀ 6 ਜਗ੍ਹਾ ਸੀਗੀਆਂ, ਜ਼ੈਬਰਾ ਕ੍ਰੋਸਿੰਗ ਸਾਡੇ ਬੱਚਿਆਂ ਨੇ ਦੇਖੀਏ ਨਹੀਂ। ਨਵੀਂ ਜਨਰੇਸ਼ਨ ਦੇ ਬੱਚਿਆਂ ਨੇ ਲੁਧਿਆਣਾ ਸ਼ਹਿਰ 'ਚ ਜ਼ੈਬਰਾ ਕ੍ਰੋਸਿੰਗ ਜੀ ਨਹੀਂ ਦੇਖੀਆਂ ਹੈਗੀਆਂ। ਉਹ ਬੱਚੇ ਹੈਰਾਨ ਹੋਣ ਵਾਲੀ ਗੱਲ ਹੈ। ਤੁਸੀਂ ਪੈਸੇ ਲੈਣੇ ਪਏ ਹੋ, ਤੁਸੀਂ ਚਲਾਨ ਲੋਕਾਂ ਨਿਕਲਦੇ ਪਏ, ਜ਼ੈਬਰਾ ਕ੍ਰੋਸਿੰਗ 6 ਜਗ੍ਹਾ ਤੇ ਜਿੱਥੇ ਚਲਾਨ ਸ਼ੁਰੂ ਕੀਤਾ ਉਹ ਤਾਂ ਕਰ ਦਿੰਦੇ। ਗੌਰਵ ਜੀ, ਚਲੋ ਆਪਾਂ ਕਿਸਾਨੀ ਮੁੱਦੇ ਤੇ ਆਈਏ। ਅੱਜ ਤੁਸੀਂ ਇੱਥੇ ਮੋਰਚਾ ਲਗਾਇਆ, ਇੱਕ ਦਿਨ ਦਾ ਮੋਰਚਾ ਲਗਾਇਆ। ਇੱਕ ਤਾਂ ਆਪਣਾ ਤੁਸੀਂ ਪ੍ਰੋਗਰਾਮ ਦੱਸੋਗੇ ਸਾਨੂੰ, ਪ੍ਰੋਗਰਾਮ ਕੀ ਆ? ਦੂਜਾ ਇਹ ਦੱਸੋਗੇ ਕਿੱਥੋਂ ਤੁਹਾਨੂੰ ਇਹ ਅਲਖ ਜਾਗੀ ਵੀ ਯਾਰ ਇਹ ਮੋਰਚਾ ਇੱਕ ਦਿਨ ਦਾ ਹੀ ਭਾਵੇਂ ਲਾਉਣਾ ਚਾਹੀਦਾ ਸਾਨੂੰ ਅੱਜ? ਇਹ ਇਸ ਤਰ੍ਹਾਂ ਹੋਇਆ ਸੀ ਜੀ ਕਿ ਇੰਸਟੀਚਿਊਟ ਸੀਗਾ, ਅਸੀਂ ਉਹਦੇ ਨਜ਼ਦੀਕ ਨਿਕਲ ਰਹੇ ਸੀਗੇ ਤਾਂ ਇੱਕ ਬੱਚਾ ਸੀਗਾ, ਉਸ ਬੱਚੇ ਨੇ ਕਿਤੇ ਕਿਸਾਨੀ ਅੰਦੋਲਨ ਦਾ ਝੰਡਾ ਦੇਖਿਆ। ਉਹ ਝੰਡਾ ਦੇਖਣ ਤੋਂ ਬਾਅਦ ਆਪਣੀ ਮਦਰ ਨੂੰ ਪੁੱਛਿਆ ਕਿ ਮੰਮਾ ਇਹ ਕਾਹਦਾ ਵਾ, ਇਹ ਕਿਸ ਚੀਜ਼ ਦਾ? ਉਹਨੇ ਕਿਹਾ ਬੇਟਾ ਨਹੀਂ ਆਪਣੇ ਕਿਸੇ ਕੰਮ ਦਾ ਨਹੀਂ, ਇਹ ਤਾਂ ਕਿਸਾਨਾਂ ਦਾ ਵਾ। तो चीज़ दिमाग 'ਚ ਬੈਠ ਗਈ ਕਿ ਮਦਰ ਆਪਣੇ ਬੱਚੇ ਨੂੰ ਕੀ ਸਮਝਾ ਰਹੀ ਹੈ, ਅਸੀਂ ਕੀ ਗਾਈਡ ਕਰਦੇ ਪਏ ਹਾਂ। ਅਸੀਂ ਉਸੇ ਪੰਜਾਬ 'ਚ ਰਹਿੰਦੇ ਹਾਂ ਜਿਸ ਪੰਜਾਬ ਦੇ ਵਿੱਚ ਮਾਤਾ ਗੁਜਰੀ ਨੇ ਇਸ ਦੇਸ਼ ਵਾਸਤੇ, ਪੰਜਾਬ ਵਾਸਤੇ ਆਪਣੇ 4 ਲਾਲ ਵਾਰ ਦਿੱਤੇ। ਸੋ ਅਸੀਂ ਕੀ ਸਿੱਖਿਆ ਦਿੰਦੇ ਪਏ ਹਾਂ ਬੱਚਿਆਂ ਨੂੰ? ਅਸੀਂ ਕਿਉਂ ਨਹੀਂ ਸਮਝਾਉਂਦੇ ਕਿ ਬੇਟੇ ਇਹ ਜਿਹੜਾ ਹੈ ਅੰਦੋਲਨ ਹੈਗਾ ਸਾਡੇ ਆਪਣਾ ਅੰਦੋਲਨ ਹੈ। ਉਹ ਜਿਹੜਾ ਕਿਸਾਨ ਡਟਿਆ ਬੈਠਾ ਬਾਰਡਰ ਤੇ ਸਾਡਾ ਵਾ। ਜੇ ਅਸੀਂ ਉੱਥੇ ਜਾ ਕੇ ਸਾਥ ਨਹੀਂ ਦੇ ਸਕਦੇ, ਘੱਟੋ ਘੱਟ ਆਪਣੇ ਸ਼ਹਿਰ 'ਚ ਬਹਿ ਕੇ ਅਸੀਂ ਇੱਥੇ ਦਾ ਸਾਥ ਦੇ ਸਕਦੇ ਹਾਂ, ਉਹਨਾਂ ਤੱਕ ਆਵਾਜ਼ ਤਾਂ ਪਹੁੰਚਾ ਸਕਦੇ ਹਾਂ ਕਿ ਅਸੀਂ ਇੱਥੇ ਬੈਠੇ ਹਾਂ। ਤੁਸੀਂ ਵੀ ਸਹੀ ਹੋ, ਉਹ ਮਦਰ ਵੀ ਸਹੀ ਹੈ, ਕਿਉਂਕਿ ਬੀਜੇਪੀ ਇਹੋ ਜਿਹਾ ਕੂੜਾ ਸਾਡੇ ਲੋਕਾਂ ਦੇ ਦਿਮਾਗ ਵਿੱਚ ਭਰ ਰਹੀ ਹੈ। ਸਾਡਾ ਗੋਦੀ ਮੀਡੀਆ ਕੂੜਾ ਭਰ ਰਿਹਾ ਸਾਡੇ ਲੋਕਾਂ ਦੇ ਦਿਮਾਗ ਦੇ ਵਿੱਚ ਵੀ ਉੱਥੇ ਟੈਰਰਿਸਟ ਬੈਠੇ ਨੇ, ਉੱਥੇ ਨੈਕਸਲਾਈਟ ਬੈਠੇ ਨੇ, ਉੱਥੇ ਬੀਜੇਪੀ ਵਾਲੇ, ਉੱਥੇ ਕਾਂਗਰਸ ਵਾਲੇ ਬੈਠੇ ਨੇ, ਉੱਥੇ ਕਾਮਰੇਡ ਬੈਠੇ ਨੇ, ਉੱਥੇ ਖਾਲਿਸਤਾਨੀ ਬੈਠੇ ਨੇ। ਸੋ ਇਹ ਵੀ ਕਿਤੇ ਨਾ ਕਿਤੇ ਇੱਕ ਹੋ ਸਕਦਾ ਵੀ ਦਿਮਾਗ 'ਚੋਂ ਗੱਲ ਗਈ ਹੋਵੇ, ਜਿਹੜੀ ਬੀਜੇਪੀ ਗੱਲ ਕਹਿ ਰਹੀ ਆ, ਗੋਦੀ ਮੀਡੀਆ ਗੱਲ ਕਹਿ ਰਿਹਾ, ਅਸੀਂ ਇਸ ਤੋਂ ਇਨਕਾਰੀ ਹੋ ਜਾਈਏ, ਸਾਡਾ ਨਹੀਂ ਹੈਗਾ ਇਹ। ਮੇਰੀ ਗੱਲ ਦਾ ਜਵਾਬ ਦਿਓ, ਕਿਹੜੇ ਖਾਲਿਸਤਾਨੀ ਬੈਠੇ ਜੀ ਉੱਥੇ? ਕਿੱਥੋਂ ਬਾਹਰੋਂ ਆ ਕੇ ਕਿਹੜਾ ਬੈਠ ਗਏ ਆ? ਕਿਹੜਾ ਉੱਥੇ ਗੋਲੀਆਂ ਚੱਲਦੀਆਂ ਪਈਆਂ? ਜੇ ਉੱਥੇ ਕੁਕਰਵਾਦੀ ਬੈਠੇ ਹੁੰਦੇ ਤਾਂ ਮੇਰੇ ਖਿਆਲ ਨਾਲ ਇਸ ਤੋਂ ਜ਼ਬਰਦਸਤ ਇੰਨਾ 3 ਮਹੀਨੇ ਇੱਥੇ ਔਰ 1 ਮਹੀਨਾ ਉੱਥੇ ਹੋ ਗਿਆ। ਤੁਸੀਂ ਉਹ ਪ੍ਰੋਟੈਸਟ ਦੇਖਿਆ? ਉਹ ਕਿੰਨੇ ਖੁਸ਼ੀ ਦੇ ਨਾਲ, ਕਿੰਨੇ ਆਰਾਮ ਦੇ ਨਾਲ, ਕਿੰਨੇ ਪਿਆਰ ਦੇ ਨਾਲ ਉਹ ਪ੍ਰੋਟੈਸਟ ਚੱਲਦਾ ਪਿਆ ਵਾ। ਉਹਨਾਂ ਨੇ ਕਿਸੇ ਸਰਕਾਰਾਂ ਦੇ ਬੰਦਿਆਂ ਕੋਲ ਜਾ ਕੇ ਇਹ ਨਹੀਂ ਕਿਹਾ ਕਿ ਸਾਨੂੰ ਖਾਣ ਪੀਣ ਨੂੰ ਸਮਾਨ ਦੇ ਦਿਓ, ਇਹ ਕਰ ਦਿਓ। ਈਵਨ ਕਿ ਜਿੱਥੇ ਉਹਨਾਂ ਨੂੰ ਮੀਟਿੰਗ ਲਈ ਬੁਲਾਇਆ ਗਿਆ, ਜਦੋਂ ਉਹਨਾਂ ਦੇ ਅੱਗੇ ਪਾਣੀ ਉਹਨਾਂ ਨੇ ਕੀਤਾ ਜਾਂ ਚਾਹ ਵੀ ਆਫਰ ਕੀਤੀ, ਉਹਨਾਂ ਨੇ ਕਿਹਾ ਨਹੀਂ, ਕਿਸਾਨਾਂ ਨੇ ਬਾਹਰ ਆਪਣਾ ਲੈ ਕੇ ਖਾ ਲਾਂਗੇ ਪੀ ਲਾਂਗੇ। ਇਹ ਗੱਲ ਬੀਜੇਪੀ ਤੇ ਗੋਦੀ ਮੀਡੀਆ ਨੂੰ ਸਮਝ ਕਿਉਂ ਨਹੀਂ ਆਉਂਦੀ ਹੈਗੀ? ਉਹ ਸਮਝਣਾ ਚਾਹੁੰਦੇ ਨਹੀਂ ਨਾ ਇਸ ਟਾਈਮ। ਇਹੀ ਤਾਂ ਦੁੱਖ ਹੈ। ਮੈਂ ਇਸ ਟਾਈਮ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਬੀਜੇਪੀ ਜਾਂ ਕਾਂਗਰਸ ਜਾਂ ਕੋਈ ਪਾਰਟੀ, ਮੈਂ ਇਸ ਟਾਈਮ ਇਹ ਸਮਝਣਾ ਚਾਹੁੰਦਾ ਕਿ ਦੇਖੋ ਸਾਡੇ ਪ੍ਰਧਾਨ ਮੰਤਰੀ ਹੈ, ਉਹ ਸਾਡੇ, ਅਸੀਂ ਉਹਨਾਂ ਨੂੰ ਚੁਣਿਆ, ਅਸੀਂ ਵੋਟਾਂ ਪਾਈਆਂ, ਉਹਨਾਂ ਨੂੰ ਕਿਉਂ ਨਹੀਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਸਮਝ ਆ ਰਹੀ? ਉਹਨਾਂ ਨੇ ਜਦ ਸਾਨੂੰ ਜੋ ਕਿਹਾ ਅਸੀਂ ਕੀਤਾ। ਕਿਹਨੇ ਨਹੀਂ ਕੀਤਾ? ਉਹਨਾਂ ਨੇ ਜਦੋਂ ਰਾਤੀ 8 ਵਜੇ ਫੋਨ ਤੇ ਕਿਹਾ ਕਿ ਤੁਸੀਂ ਤਾਲੀਆਂ ਵਜਾਣੀਆਂ, ਕਿ ਪੰਜਾਬ ਦੇ ਲੋਕਾਂ ਨੇ ਤਾਲੀਆਂ ਨਹੀਂ ਵਜਾਈਆਂ, ਕਿ ਥਾਲੀਆਂ ਨਹੀਂ ਖੜਕਾਈਆਂ, ਕਿ ਦੀਵੇ ਨਹੀਂ ਜਗਾਏ? ਹਾਂ, ਉਦੋਂ ਪੰਜਾਬ ਦੇ ਲੋਕ ਜਿਹੜੇ ਸੀਗੇ ਜੋ ਉਹਨਾਂ ਨੇ ਕਿਹਾ, ਜੋ ਕੀਤਾ, ਉਦੋਂ ਅਸੀਂ
ਸਾਰੇ ਬਹੁਤ ਵਧੀਆ ਸੀਗੇ, ਲੇਕਿਨ ਅੱਜ ਅਸੀਂ ਅਗਰ ਆਪਣੇ ਹੱਕ ਵਾਸਤੇ ਇੱਥੋਂ ਦੀ ਕੂਚ ਕਰ ਗਏ ਜਾਂ ਆਪਣੇ ਹੱਕ ਵਾਸਤੇ ਅਸੀਂ ਸੰਘਰਸ਼ ਤੇ ਬੈਠੇ ਹਾਂ ਤਾਂ ਅੱਜ ਅਸੀਂ ਮਿਲੀਟੈਂਟ ਕਿਉਂ, ਅਸੀਂ ਟੈਰਰਿਸਟ ਕਿਉਂ? ਇਹ ਜਵਾਬ ਸਾਡੇ ਪ੍ਰਧਾਨ ਮੰਤਰੀ ਸਾਹਿਬ ਤੋਂ ਹੀ ਮੈਂ ਮੰਗਦਾ। ਅੱਜ ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਕੀਤੀ ਉਹ ਜਦੋਂ ਵੀ ਪਿਛਲੇ 6-7 ਸਾਲ ਤੋਂ ਮਨ ਕੀ ਬਾਤ ਆਪਣੇ ਮਨ ਦੀ ਗੱਲ ਤਾਂ ਕਰਦੇ ਨੇ ਪਰ ਜਨਤਾ ਦੇ ਮਨ ਦੀ ਗੱਲ ਨਹੀਂ ਕਰਨੀ ਕਰਦੇ ਉਹ ਚਾਹੀਦਾ ਤਾਂ ਇਹ ਸੀ ਵੀ ਜਨਤਾ ਦੇ ਮਨ ਦੀ ਗੱਲ ਸੁਣ ਕੇ ਉਹੀ ਗੱਲ ਪਬਲਿਕ ਨਾਲ ਕੀਤੀ ਜਾਵੇ ਵੀ ਲੋਕਾਂ ਦੇ ਇਹ ਵਿਊ ਹੈਗੇ ਨੇ। ਅੱਜ ਮਨ ਦੀ ਗੱਲ ਕੀਤੀ ਆ, ਕਿਸਾਨ ਬੈਠੇ ਨੇ, ਕਿਸਾਨਾਂ ਦੀ ਗੱਲ ਅੱਜ ਵੀ ਨਹੀਂ ਕੀਤੀ। ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਵਿੱਚ ਜਾ ਕੇ ਚੁਣਿੰਦਾ ਆਪਣੇ ਜਿਹੜੇ ਚੇਲੇ ਚਪਾਟੇ ਬਣਾ ਕੇ ਮੂੰਹ ਤੇ ਮਾਸਕ ਪਾ ਕੇ ਤੇ ਉਹਨਾਂ ਨਾਲ ਗੱਲਾਂ ਕਿਸਾਨਾਂ ਨਾਲ ਗੱਲ ਕਰਦੇ ਫਿਰਦੇ, ਅੱਜ ਕਿਸਾਨਾਂ ਦੀ ਗੱਲ ਕਰਨੀ ਚਾਹੀਦੀ ਸੀ, ਕਿਉਂ ਨਹੀਂ ਕੀਤੀ ਹੈਗੀ? ਮੈਂ ਇਹੀ ਤਾਂ ਜੀ ਅਸੀਂ ਬਾਰ-ਬਾਰ ਇਸੇ ਕਰਕੇ ਤਾਂ ਅੰਦੋਲਨ ਤੇ ਸਾਰੇ ਇੱਥੇ ਬੈਠੇ ਜੀ। ਅੱਜ ਇਹ ਸਾਰੇ ਭਰਾ ਉਹ ਬੈਠੇ ਜਿਨ੍ਹਾਂ ਦਾ ਜ਼ਮੀਰ ਜਿੰਦਾ ਵਾ। ਮੈਂ ਬਾਰ-ਬਾਰ ਆ ਬੱਚਾ ਛੋਟਾ ਜਿਹਾ ਇੱਥੇ ਆਇਆ ਵਾ, ਸਵੇਰ ਦਾ ਬੈਠਾ ਵਾ। ਸੋ ਇਸ ਬੱਚੇ ਦੇ ਥਰੂ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਵਾ ਕਿ ਦੋਸਤੋ, ਜਿੱਡੀ ਮਰਜ਼ੀ ਵੱਡੀ ਕੋਈ ਪਾਰਟੀ ਹੋਵੇ, ਜਿੱਡਾ ਮਰਜ਼ੀ ਵੱਡਾ ਕੋਈ ਲੀਡਰ ਹੋਵੇ, ਜਨਤਾ ਤੋਂ ਵੱਧ ਕੇ ਤਾਂ ਕੋਈ ਨਹੀਂ ਹੈ ਨਾ। ਸੋ ਜਨਤਾ ਅਗਰ ਇਕਜੁੱਟ ਹੋ ਜਾਵੇ ਤਾਂ ਕੋਈ ਵੀ ਫਰਮਾਨ ਜਨਤਾ ਤੋਂ, ਮੈਂ ਹੈਰਾਨ ਹੁੰਦਾ ਵਾ ਕਿ ਉਹ ਮੁਲਕ, ਜਿਸ ਮੁਲਕ ਦੇ ਵਿੱਚ ਕੋਈ ਫਰਮਾਨ, ਕੋਈ ਚੀਜ਼ ਪਾਸ ਕੀਤੀ ਜਾਂਦੀ ਹੈ, ਉਹ ਲੋਕਾਂ ਦੇ ਹਿੱਤ ਲਈ, ਲੋਕਾਂ ਲਈ ਪਾਸ ਕੀਤੀ ਜਾਂਦੀ ਹੈ। ਲੇਕਿਨ ਲੋਕਾਂ ਦੇ ਜੇ ਹਿੱਤ ਲਈ ਹੈ, ਲੋਕਾਂ ਲਈ ਜੇ ਪਾਸ ਕੀਤੀ ਗਈ ਹੈ ਤਾਂ ਲੋਕਾਂ ਨੂੰ ਕਬੂਲ ਕਿਉਂ ਨਹੀਂ ਹੈ? ਇਹ ਸਾਡੇ ਪ੍ਰਧਾਨ ਮੰਤਰੀ ਸਾਹਿਬ ਕਿਉਂ ਨਹੀਂ ਸਮਝ ਰਹੇ? ਗੌਰਵ ਜੀ, ਬੀਜੇਪੀ ਕਹਿੰਦੀ ਹੈ ਅਸੀਂ ਵਪਾਰੀਆਂ ਦੀ ਪਾਰਟੀ, ਆਮ ਧਾਰਨਾ ਹੀ ਬਣੀ ਹੋਈ ਜਿਹੜੀ ਬੀਜੇਪੀ ਵਪਾਰੀ ਦੀ ਪਾਰਟੀ। ਵਪਾਰੀ ਦਾ ਮਤਲਬ ਨਹੀਂ ਅਡਾਨੀ ਅੰਬਾਨੀ, ਵਪਾਰੀ ਦਾ ਮਤਲਬ ਇਹ ਜਿਹੜੇ ਛੋਟੇ ਵਪਾਰੀ ਆ ਉਹਨਾਂ ਦੀ ਵੀ ਰੱਖਿਆ ਕਰਦੀ ਸੀਗੀ। ਪਰ ਨੋਟਬੰਦੀ ਤੋਂ ਬਾਅਦ GST ਤੋਂ ਉਹ ਭੁਲੇਖੇ ਵੀ ਦੂਰ ਹੋ ਗਏ, ਨਹੀਂ ਵਪਾਰੀਆਂ ਦੀ ਨਹੀਂ। ਇੱਕ ਖੇਤੀ ਅਜਿਹਾ ਸੈਕਟਰ ਸੀਗਾ ਜਿੱਥੇ GDP ਉੱਪਰ ਜਾ ਰਹੀ ਸੀ, ਬਾਕੀ ਸਾਰੇ ਸਾਡੇ ਦੇਸ਼ ਦਾ ਬੇੜਾ ਗਰਕ ਹੋ ਚੁੱਕਿਆ ਕਿ ਖੇਤੀ ਵਿੱਚ GDP ਉੱਪਰ ਜਾ ਰਹੀ ਸੀ, ਉਹਨੂੰ ਵੀ ਹੁਣ ਖਤਮ ਕਰਨ ਤੇ ਤੁਲੀ ਹੋਈ ਹੈ ਬੀਜੇਪੀ। ਉਹਨੂੰ ਕਿਵੇਂ ਦੇਖਦੇ ਹੋ ਤੁਸੀਂ? ਬਿਲਕੁਲ ਜੀ, ਇਹ ਮੈਂ ਉਹੀ ਤਾਂ ਕਹਿਣਾ ਪਿਆ ਕਿ ਕਿਸਾਨੀ ਜਿਹੜਾ ਹੈਗਾ ਨਾ, ਉਹ ਸਾਡੇ ਸਿਰਫ ਪੰਜਾਬ ਦਾ ਨਹੀਂ, ਪੂਰੇ ਦੇਸ਼ ਦਾ ਬੇਸ ਹੈ। ਐਗਰੀਕਲਚਰ, ਹਿੰਦੁਸਤਾਨ ਦੇਸ਼ ਐਗਰੀਕਲਚਰ ਮੈਂ ਦੇਸ਼ ਕਹੂੰਗਾ, ਮੈਂ ਸਿਰਫ ਪੰਜਾਬ ਨੂੰ ਨਹੀਂ ਕਹਿੰਦਾ। ਤੇ ਜੇ ਅੱਜ ਇਹਦੀ BJP ਹਿੱਲ ਗਈ ਨਾ, ਅੱਜ ਹਿੱਲ ਗਈ, ਅੱਜ ਇੱਥੋਂ ਦੀ ਅੱਜ ਕਿਸਾਨੀ ਜਿਹੜਾ ਹੈਗਾ ਵਾ, ਅੱਜ ਐਗਰੀਕਲਚਰ ਹਿੱਲ ਗਿਆ ਤਾਂ ਇਹ ਦੇਸ਼ ਕਿਸ ਲੈਵਲ ਤੋਂ ਥੱਲੇ ਗਿਰਨਾ ਵਾ ਇਹ ਆਪਾਂ ਸੋਚ ਵੀ ਨਹੀਂ ਸਕਦੇ। ਔਰ ਪਤਾ ਉਹਨਾਂ ਨੂੰ ਵੀ ਹੈ, ਸ਼ਾਇਦ ਇਸੇ ਲਈ ਉਹਨਾਂ ਨੇ ਹਾਲੇ ਤੱਕ ਕਟਿੰਗ ਨਹੀਂ ਕਰਾਈ, ਸ਼ਾਇਦ ਇਸੇ ਲਈ, ਮੈਂ ਤਾਂ ਸਾਫ਼ ਕਹੂੰਗਾ ਸ਼ਾਇਦ ਇਸੇ ਲਈ, ਕਿਉਂਕਿ ਪਤਾ ਉਹਨਾਂ ਨੂੰ ਵੀ ਹੈ ਕਿਤੇ ਨਾ ਕਿਤੇ ਸ਼ੰਕਾ, ਕਿਤੇ ਨਾ ਕਿਤੇ ਡਰ ਇਹ ਚੀਜ਼ਾਂ ਦਾ ਹੈਗਾ ਉਹਨਾਂ ਦੇ ਅੰਦਰ ਵੀ, ਚਾਹੇ ਉਹ ਸਾਡੇ ਪ੍ਰਧਾਨ ਮੰਤਰੀ ਸਾਹਿਬ ਹੈਗੇ। ਲੇਕਿਨ ਮੈਂ ਬਹੁਤ ਰਿਸਪੈਕਟ ਕਰਦਾ ਉਹਨਾਂ ਦੀ, ਦਿਲੋਂ ਕਰਦਾ, ਕਿਉਂਕਿ ਅਸੀਂ ਲੋਕਾਂ ਨੇ ਉਹਨਾਂ ਨੂੰ ਚੁਣਿਆ ਵਾ। ਲੇਕਿਨ ਅੱਜ ਉਹਨਾਂ ਨੂੰ ਖੁਦ ਹੁਣ ਸਮਝਣਾ ਪੈਣਾ ਵਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਲੋਕਾਂ ਦਾ ਦਰਦ ਕੀ ਹੈ, ਲੋਕਾਂ ਦਾ ਦੁੱਖ ਕੀ ਹੈ, ਲੋਕੀ ਜੋ ਚਾਹੁੰਦੇ ਹੈ ਉਹਨਾਂ ਨੂੰ ਉਸ ਚੀਜ਼ ਬਾਰੇ ਜ਼ਰੂਰ ਸੋਚਣਾ ਚਾਹੀਦਾ। ਸਾਡੇ ਦੇਸ਼ ਦੀ ਖੂਬਸੂਰਤੀ ਇਹ ਆ, ਸਾਡਾ ਸੰਵਿਧਾਨ ਵੀ ਧਰਮ ਨਿਰਪੱਖਤਾ ਦੀ ਗੱਲ ਕਰਦਾ। ਖੂਬਸੂਰਤੀ ਇਹ ਰਹੀ ਆ ਸਾਡੇ ਦੇਸ਼ ਦੇ ਵਿੱਚ, ਹਿੰਦੂ ਹੋਵੇ, ਸਿੱਖ, ਮੁਸਲਮਾਨ, ਈਸਾਈ, ਜਾਤ ਪਾਤ ਕੁਝ ਵੀ ਨਹੀਂ ਹੈਗਾ, ਸਾਰੇ ਇੱਕ ਨੇ। ਪਰ ਸਾਨੂੰ ਸਟੇਟਾਂ ਦੇ ਨਾਮ ਤੇ ਵੰਡਿਆ ਗਿਆ, ਸਾਨੂੰ ਜਾਤ ਪਾਤ ਦੇ ਨਾਮ ਤੇ ਵੰਡਿਆ ਗਿਆ, ਸਾਨੂੰ ਧਰਮਾਂ ਦੇ ਨਾਮ ਤੇ ਵੰਡਿਆ ਗਿਆ। ਅੱਜ ਦਿੱਲੀ ਮੋਰਚੇ ਦੇ ਉੱਤੇ ਨਾ ਕੋਈ ਜਾਤ ਹੈ, ਨਾ ਪਾਤ, ਨਾ ਧਰਮ, ਨਾ ਸਟੇਟ ਹੈ। ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ? ਤੁਨਾ ਸਾਹਿਬ, ਜਦੋਂ ਅਸੀਂ ਸਕੂਲ 'ਚ ਹੁੰਦੇ ਸੀ ਨਾ ਜਾਂ ਕਾਲਜ 'ਚ ਹੁੰਦੇ ਸੀਗੇ ਤਾਂ ਸਾਨੂੰ ਇਹ ਗੱਲਾਂ ਸਿਖਾਈਆਂ ਗਈਆਂ ਸੀਗੀਆਂ ਕਿ ਧਰਮ ਇੱਕ ਹੈ, ਜਾਤ ਪਾਤ ਇੱਕ ਹੈ, ਹਮ ਸਭ ਇੱਕ ਹੈ, ਐਸੇ ਸਭ ਕੁਝ ਬਹੁਤ ਵਧੀਆ ਲੱਗਦਾ। ਔਰ ਜਿਹੜੇ ਲੋਕ ਵਧੀਆ ਵੀ ਲੱਗਦਾ, ਔਰ ਅਸੀਂ ਲੋਕ ਇਹੀ ਚੀਜ਼ ਸੋਚ ਕੇ ਜਦੋਂ ਪਾਸ ਆਊਟ ਕੀਤਾ, ਜਦੋਂ ਦੁਨੀਆ 'ਚ ਪਹੁੰਚੇ, ਅਸਲੀ ਦੁਨੀਆ ਵਿੱਚ ਪਹੁੰਚੇ, ਜਿੱਥੇ ਪੋਲੀਟੀਸ਼ੀਅਨ ਸੀ, ਧਰਮ ਦੇ, ਜਾਤ ਪਾਤ ਦੇ ਠੇਕੇਦਾਰ ਸੀ, ਉੱਥੇ ਜਾ ਕੇ ਦੇਖਿਆ ਕਿ ਉਹਨਾਂ ਦੀ ਗੱਲ ਹੀ ਕੁਝ ਹੋਰ ਹੈ, ਉਹਨਾਂ ਦਾ ਸਿਸਟਮ ਹੀ ਕੁਝ ਹੋਰ ਹੈ। ਜੋ ਸਕੂਲ 'ਚ, ਜੋ ਕਾਲਜ 'ਚ ਅਸੀਂ ਪੜ੍ਹਿਆ ਹੋਇਆ ਸੀਗਾ, ਇਹ ਉਹ ਪੜ੍ਹਾਉਣਾ ਹੀ ਨਹੀਂ ਚਾਹੁੰਦੇ ਹੈਗੇ, ਕਿਉਂਕਿ ਇਹਨਾਂ ਦੀ ਪਾਲਿਸੀ ਇਹੀ ਹੈ, ਡਿਵਾਈਡ ਐਂਡ ਰੂਲ, ਡਿਵਾਈਡ ਐਂਡ ਰੂਲ। ਹਰ ਕਿਸੇ ਨੂੰ ਕੁਰਸੀ, ਹਰ ਕਿਸੇ ਨੂੰ, ਚਾਹੇ ਉਹ ਜਿਹੜੀ ਮਰਜ਼ੀ ਪਾਰਟੀ ਹੈ, ਉਹ ਪਹਿਲਾਂ ਕੁਰਸੀ ਦੇਖਦੀ ਹੈ, ਆਪਣੀ ਵੋਟ ਬੈਂਕ ਦੇਖਦੀ ਹੈ, ਆਪਣੀ ਸੱਤਾ ਦੇਖਦੀ ਹੈ, ਸਾਡੀ ਪਾਰਟੀ ਨਾ ਹਿਲ ਜਾਵੇ ਉਹ ਇਹ ਦੇਖਦੀ ਹੈ। ਜਨਤਾ ਬਾਰੇ ਕੋਈ ਪਹਿਲ ਨੰਬਰ ਤੇ ਸੋਚਣਾ ਨਹੀਂ। ਦਿੱਲੀ ਵਿੱਚ ਜਿਹੜਾ ਇੱਕ ਮਿਲਵਰਤਨ ਵਾਲਾ ਸੁਭਾਅ ਮਿਲਦਾ ਹੈ ਸਾਨੂੰ ਉੱਥੇ ਦੇਖਣ ਨੂੰ ਮਿਲਦਾ ਵਾ, ਸਾਰੀਆਂ ਸਟੇਟਾਂ ਵਾਲੇ ਇਕੱਠੇ ਨੇ ਧਰਮਾਂ ਵਾਲੇ, ਉਹਨੂੰ ਤੁਸੀਂ ਕਿਵੇਂ ਉਹ ਗੱਲ ਕਰਦੇ? ਫਕਰ ਹੁੰਦਾ ਜੀ, ਫਕਰ ਹੁੰਦਾ। ਇਹਨੂੰ ਕਹਿੰਦੇ ਅਸਲੀ ਹਿੰਦੁਸਤਾਨ। ਜਦੋਂ ਉੱਥੇ ਹਰਿਆਣੇ ਦਾ ਆਦਮੀ ਸਾਗ ਲੈ ਕੇ ਆ ਰਿਹਾ ਵਾ, ਜਦੋਂ ਉੱਥੇ ਚਾਹ ਜਿਹੜੀ ਹੈਗੀ ਯੂਪੀ ਦਾ ਆਦਮੀ ਲੈ ਕੇ ਬਣਾ ਰਿਹਾ ਵਾ, ਜਦੋਂ ਉੱਥੇ ਰਾਜਸਥਾਨ ਦਾ ਆਦਮੀ ਮਿਰਚ ਵਾਲੀ ਚਟਨੀ ਲੈ ਕੇ ਆ ਰਿਹਾ ਵਾ, ਤਾਂ ਜਦੋਂ ਮਿਲ ਕੇ ਸਾਰੇ ਉਸ ਸੜਕ ਤੇ ਚਾਹੇ ਖੁੱਲੇ ਅਸਮਾਨ 'ਚ ਬੈਠ ਕੇ ਰੋਟੀ ਖਾਂਦੇ ਪਏ ਆ, ਲੇਕਿਨ ਉਹ ਦੇਖ ਕੇ ਮਜ਼ਾ ਆਉਂਦਾ ਵਾ, ਉੱਥੇ ਉਸ ਮਹਿਸੂਸ ਕਰਕੇ ਮਜ਼ਾ ਆਉਂਦਾ ਵਾ। ਇਹ ਅਸਲੀ ਹਿੰਦੁਸਤਾਨ ਹੈ। ਤੁਸੀਂ ਗੱਲ ਕੀਤੀ, ਮੈਂ ਭਾਜਪਾ ਦੀ ਗੱਲ ਨਹੀਂ ਕਰੂੰਗਾ, ਪਰ ਮੈਂ ਭਾਜਪਾ ਦੀ ਗੱਲ ਤਾਂ ਕਰਦਾ। ਭਾਜਪਾ ਸੱਤਾ ਦੇ ਵਿੱਚ ਹੈ, ਕੇਂਦਰ ਦੀ ਚਾਬੀ ਉਹਨਾਂ ਦੇ ਹੱਥ ਵਿੱਚ ਹੈ, ਸਾਰਾ ਦੇਸ਼ ਰੌਲਾ ਪਾ ਰਿਹਾ, ਸਾਰੀਆਂ ਸਟੇਟਾਂ ਰੌਲਾ ਪਾ ਰਹੀਆਂ, ਸਾਰੇ ਕਿਸਾਨ ਰੌਲਾ ਪਾ ਰਹੇ, ਤੁਸੀਂ ਵਪਾਰੀ ਵਰਗ ਰੌਲਾ ਪਾ ਰਹੇ ਵੀ ਇਹ ਜਿਹੜੇ ਕਾਨੂੰਨ ਨੇ ਖੇਤ ਮਾਰੂ ਨਹੀਂ ਹੈਗੇ, ਦੇਸ਼ ਮਾਰੂ ਨੇ, ਇਹਨਾਂ ਸਾਰਾ ਕੁਝ ਤਬਾਹ ਹੋ ਜਾਏਗਾ। ਪਰ ਭਾਜਪਾ ਦੇ ਲੀਡਰ ਕਹਿੰਦੇ ਜੀ ਕਾਨੂੰਨ ਸਹੀ ਨੇ, ਅਮੈਂਡਮੈਂਟ ਹੋ ਜਾਏਗੀ, ਕਾਨੂੰਨ ਵਾਪਸ ਨਹੀਂ ਹੋਣਗੇ। ਕੀ ਇਹ ਅੜੀਅਲ ਰਵੱਈਆ ਛੱਡ ਦੇਣਾ ਚਾਹੀਦਾ ਕੇਂਦਰ ਨੂੰ? ਹੁਣ ਬਿਲਕੁਲ ਛੱਡਣਾ ਚਾਹੀਦਾ। ਸਿਰਫ ਭਾਜਪਾ ਹੀ ਮੈਂ ਕਹੂੰਗਾ ਕੋਈ ਵੀ ਪਾਰਟੀ ਜਿਹੜੀ ਕੇਂਦਰ 'ਚ ਆਵੇ ਅੜੀਅਲ ਰਵੱਈਏ ਦੇ ਨਾਲ ਕੰਮ ਨਾ ਕਰੇ। ਅੜੀਅਲ ਰਵੱਈਏ ਦੇ ਨਾਲ ਜਿਹੜਾ ਦੇਸ਼ ਹੈ ਉਹ ਨਹੀਂ ਚੱਲਦਾ ਹੈਗਾ। ਦੇਖੋ, ਜਨਤਾ ਹੁਣ ਪੜ੍ਹੀ ਲਿਖੀ ਹੈਗੀ ਹੈ, ਸਮਝਦਾਰ ਹੈ, ਉਹਨਾਂ ਨੂੰ ਸਮਝਣਾ ਚਾਹੀਦਾ ਵਾ, ਥੋਪਣਾ ਨਹੀਂ ਚਾਹੀਦਾ। ਸੋ ਕੁਝ ਤੁਮ ਸਮਝੋ, ਕੁਝ ਹਮ ਕਹੇ, ਕੁਝ ਤੁਮ ਕਹੇ। ਮਨ ਕੀ ਬਾਤ ਹਮੇਸ਼ਾ ਇੱਕੋ ਬੰਦਾ ਕਰੇ ਉਹ ਮਾੜੀ ਗੱਲ ਹੈ। ਮਨ ਕੀ ਬਾਤ ਜਨਤਾ ਨੂੰ ਵੀ ਕਰਨ ਦਾ ਹੱਕ ਹੈ, ਮਨ ਕੀ ਬਾਤ ਜਨਤਾ ਵੀ ਕਰੇ ਤੇ ਉਹ ਵੀ ਸੁਣਨ।
ਗੌਰਵ ਜੀ ਮੈਂ ਕਿਸਾਨੀ ਮੁੱਦੇ ਦੀ ਗੱਲ ਨਹੀਂ ਕਰੂੰਗਾ। ਇਸ ਤੋਂ ਪਹਿਲਾਂ ਵੀ ਜਦੋਂ ਵੀ ਕੋਈ ਆਵਾਜ਼ ਚੱਕਦਾ ਵਾ ਉਹਨੂੰ ਐਂਟੀ ਨੈਸ਼ਨਲ ਕਹਿ ਦਿੰਦੇ ਆ, ਉਹਨੂੰ ਨੈਕਸਲਾਈਟ ਕਹਿ ਦਿੰਦੇ ਨੇ ਕਿ ਇਹ ਬੀਜੇਪੀ ਨੂੰ ਇਹ ਧਾਰਨਾ ਛੱਡਣੀ ਚਾਹੀਦੀ ਹੈ, ਕਿਉਂਕਿ ਇਹ ਦੇਸ਼ ਲੋਕਤੰਤਰ ਦਾ ਦੇਸ਼ ਹੈ। ਲੋਕਤੰਤਰ ਦਾ ਮਤਲਬ ਹੈ ਲੋਕ ਰਾਜ ਹੁੰਦਾ। ਲੋਕ ਰਾਜ ਵਿੱਚ ਲੋਕਾਂ ਦੀ ਗੱਲ ਸਰਕਾਰ ਕਰੇ, ਸਰਕਾਰ ਲੋਕਾਂ ਦੀ ਗੱਲ ਸੁਣੇ। ਪਰ ਇੱਥੇ ਕੋਈ ਜਿਹੜਾ ਲੋਕ ਆਵਾਜ਼ ਚੱਕਦਾ ਉਹਨੂੰ ਐਂਟੀ ਨੈਸ਼ਨਲ ਕਹਿ ਦਿੰਦੇ ਨੇ, ਉਹਨੂੰ ਨੈਕਸਲਾਈਟ ਕਹਿ ਰਹੇ ਨੇ, ਉਹਨੂੰ ਟੈਰਰਿਸਟ ਕਹਿ ਦਿੰਦੇ ਨੇ ਕਿ ਇਹ ਧਾਰਨਾ ਹੁਣ ਛੱਡ ਦੇਣੀ ਚਾਹੀਦੀ ਹੈ, ਕਿਉਂਕਿ ਆਪਾਂ 21ਵੀਂ ਸਦੀ ਵਿੱਚ ਜੀ ਰਹੇ ਹਾਂ। ਆਪਾਂ ਕੋਈ ਉਹ ਨਹੀਂ ਹੈਗੇ ਵੀ 84 95 ਦਾ ਦੌਰ ਆ ਵੀ ਅਸੀਂ ਕਿਸੇ ਨੂੰ ਕੋਈ ਵੀ ਟੈਗ ਲਾ ਦਾਂਗੇ ਤੇ ਉਹ ਅਸੀਂ ਮਨਜ਼ੂਰ ਕਰ ਲਵਾਂਗੇ ਉਸ ਚੀਜ਼ ਨੂੰ। ਤੁੰਨਾ ਸਾਹਿਬ ਚੰਦ ਇਹੋ ਜਿਹੇ ਲੋਕ ਹੈ ਜਿਹੜੇ ਇਹੋ ਜਿਹੀਆਂ ਗੱਲਾਂ ਕਰਕੇ ਨਕਸਲਾਈਟ ਹੈ, ਇਹ ਬੰਦਾ ਐਵੇਂ ਹੈ, ਬੰਦਾ ਐਵੇਂ, ਜਿਹੜੀਆਂ ਇਹੋ ਜਿਹੀਆਂ ਗੱਲਾਂ ਕਰਕੇ ਨਾ ਇਹ ਫਿਰਕਾ ਪ੍ਰਸਾਦ ਇਹ ਚੀਜ਼ਾਂ ਕਰਾਉਂਦੇ ਆ। ਲੇਕਿਨ ਹੁਣ ਕਾਫੀ ਹੱਦ ਤੱਕ ਲੋਕ ਪੜ੍ਹ ਲਿਖ ਚੁੱਕੇ ਆ। ਉਹ ਇਹਨਾਂ ਲੋਕਾਂ ਨੇ ਤਾਂ ਭਗਤ ਸਿੰਘ ਨੂੰ ਨਹੀਂ ਛੱਡਿਆ। ਭਗਤ ਸਿੰਘ ਨੂੰ ਵੀ ਕਹਿੰਦੇ ਰਹੇ ਐਵੇਂ ਹੈ ਉਵੇਂ ਹੈ, ਲੇਕਿਨ ਭਗਤ ਸਿੰਘ ਦਾ ਦੇਣਾ ਅਸੀਂ ਚੁਕਾ ਨਹੀਂ ਸਕਦੇ। ਜੋ ਕੁਰਬਾਨੀਆਂ, ਜੋ ਸ਼ਹਾਦਤਾਂ ਭਗਤ ਸਿੰਘ, ਰਾਜਗੁਰੂ ਸੁਖਦੇਵ ਵਰਗੇ ਇਹਨਾਂ ਨੇ ਦਿੱਤੀਆਂ ਵਾ, ਉਹ ਅਸੀਂ ਕਿਵੇਂ ਭੁੱਲ ਜਾਈਏ। ਸੋ ਜਿਹੜੇ ਚੰਦ ਲੋਕ ਹੈ ਨਾ, ਇਹਨਾਂ ਨੂੰ ਕਹਿਣ ਦਿਓ। ਸਾਰਾ ਦੇਸ਼ ਜਾਣਦਾ ਵਾ, ਸਾਰਾ ਪੰਜਾਬ ਜਾਣਦਾ ਵਾ ਕਿ ਸਹੀ ਕੀ ਹੈ, ਗਲਤ ਕੀ ਹੈ। ਅੱਜ ਦਾ ਤੁਹਾਡਾ ਕੀ ਆਪਣਾ ਫਿਰ ਵਿੱਚ ਹੀ ਰਹਿ ਗਈ, ਤੁਸੀਂ ਗੱਲ ਛੱਡਤੀ ਸੀ। ਅੱਜ ਦਾ ਕੀ ਪਲਾਨ ਤੁਹਾਡਾ ਹੈ ਜਿਹੜੀ ਹੜਤਾਲ ਕੀਤੀ ਹੈ, ਤੇ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਬਾਰ-ਬਾਰ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹੂੰਗਾ ਕਿ ਜੇ ਛੋਟੀ ਜੀ ਬੱਚੀ ਇਸ ਅੰਦੋਲਨ ਦੇ ਵਿੱਚ, ਇਸ ਠੰਡ ਦੇ ਵਿੱਚ ਆ ਕੇ ਬੈਠ ਸਕਦੀ ਹੈ, ਜੇ ਛੋਟੀ ਜੀ ਬੱਚੀ ਅੰਦਰ ਜਜ਼ਬਾ ਹੈਗਾ ਵਾ, ਤਾਂ ਆਪਾਂ ਲੋਕਾਂ ਦੇ ਅੰਦਰ ਉਹ ਜਜ਼ਬਾ ਕਿੱਥੇ ਹੈ ਕਿ ਆਪਾਂ ਲੋਕਾਂ ਵਾਸਤੇ ਕਿਉਂ ਨਹੀਂ, ਉਹਨਾਂ ਕਿਸਾਨਾਂ ਵਾਸਤੇ ਕਿਉਂ ਨਹੀਂ ਹੈ? ਉਹ ਕਿਸਾਨ ਕੋਈ ਬਾਹਰੋਂ ਨਹੀਂ ਆਏ ਹੋਏ, ਕਿਸਾਨ ਸਾਡੇ ਆਪਣੇ ਹੈ। ਇਸ ਕਰਕੇ ਮੇਰੀ ਬੇਨਤੀ ਹੈ, ਚਾਹੇ 1 ਘੰਟੇ ਲਈ, ਚਾਹੇ ਅੱਧੇ ਘੰਟੇ ਲਈ ਆਪਣਾ ਵਕਤ ਜ਼ਰੂਰ ਦਿਓ। ਆਪਾਂ ਇਹ ਦਿਖਾਣਾ ਨਹੀਂ ਹੈ, ਮੈਂ ਆਵਾਜ਼ ਉੱਥੇ ਤੱਕ ਪਹੁੰਚਾਣੀ ਹੈ ਕਿ ਅਸੀਂ ਬਾਰਡਰਾਂ ਤੇ ਬੈਠੇ ਕਿਸਾਨਾਂ ਦੇ ਨਾਲ ਸੀ, ਨਾਲ ਹਾਂ, ਨਾਲ ਰਵਾਂਗੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਸੋ ਇਹ ਸਨ ਗੌਰਵ ਕੁਮਾਰ ਜੀ ਸੱਚਾ ਜਾਦਵ, ਜਿਨ੍ਹਾਂ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਵੱਡੀਆਂ ਗੱਲਾਂ ਕੀਤੀਆਂ। ਸੋ ਮੋਰਚਾ ਲਾਉਣ ਦਾ ਮਕਸਦ ਇਹੀ ਹੈ ਵੀ ਜਿਹੜੇ ਸ਼ਹਿਰੀ ਲੋਕ ਨੇ ਉਹਨਾਂ ਨੂੰ ਜਗਾਇਆ ਜਾਵੇ ਵੀ ਅਸੀਂ ਕਿਸਾਨਾਂ ਦੇ ਨਾਲ, ਜਿਹੜੇ ਬਾਰਡਰ ਤੇ ਕਿਸਾਨ ਬੈਠੇ ਨੇ, ਦਿੱਲੀ ਸਿੰਘੂ ਬਾਰਡਰ ਤੇ ਬੈਠੇ ਨੇ, ਉਹਨਾਂ ਦੇ ਨਾਲ ਆ, ਉਹਨਾਂ ਦੇ ਹਰ ਅੰਦੋਲਨ ਦੇ ਨਾਲ ਆ। ਕਿਉਂਕਿ ਇਹ ਗੱਲ ਇਕੱਲੀ ਲੜਾਈ ਕਿਸਾਨਾਂ ਦੀ ਨਹੀਂ ਹੈਗੀ, ਇਹ ਦੇਸ਼ ਦੀ ਲੜਾਈ ਹੈ। ਪੰਜਾਬ ਦੀ ਲੜਾਈ ਨਹੀਂ ਹੈਗੀ, ਇਹ ਦੇਸ਼ ਦੀ ਲੜਾਈ ਹੈ, ਹਰ ਵਰਗ ਦੀ ਲੜਾਈ ਹੈ। ਮੈਂ ਇੰਦਰਪਾਲ ਸਿੰਘ ਧੁੰਨਾ, ਕੈਮਰਾਮੈਨ ਅਮਰਤਪਾਲ ਨਾਲ ਦੇਖਦੇ ਰਹੋ ਪ੍ਰਾਈਮ ਉਦੇ। ਸਤਿ ਸ਼੍ਰੀ ਅਕਾਲ।